ਸਤਕਰਾ ਵਿਖੇ ਦੁਖੀ ਸ਼ਾਹੂਕਾਰ ਦਾ ਨਿਸਤਾਰਾ। ਗੁਰੂ ਜੀ ਇੱਥੋਂ ਚੱਲ ਕੇ ਪਿੰਡ ਸਤਕਰੇ, ਜ਼ਿਲ੍ਹਾ ਮਿੰਟਗੁਮਰੀ ਵਿੱਚ ਪਹੁੰਚ ਗਏ। ਪਿੰਡ ਦੇ ਬਾਜ਼ਾਰ ਵਿੱਚ ਇੱਕ ਹੱਟੀ ਉੱਤੇ ਜਾ ਬੈਠੇ। ਹੱਟੀ ਵਾਲਾ ਬੜਾ ਧਨਾੜ ਸ਼ਾਹੂਕਾਰ ਸੀ ਅਤੇ ਉਸ ਦੇ ਅੱਗੇ ਕਈ ਕਾਮੇ ਕੰਮ ਕਰਦੇ ਸਨ। ਮਰਦਾਨੇ ਨੇ ਉਸ ਦੇ ਕਾਰ ਵਿਹਾਰ ਨੂੰ ਵੇਖ ਕੇ ਆਖਿਆ, ਗੁਰੂ ਜੀ, ਇਸ ਦੀ ਜ਼ਿੰਦਗੀ ਬਹੁਤ ਸੁਖੀ ਹੈ, ਪਰ ਇਹ ਬੇਮੁਖ ਜਾਪਦਾ ਹੈ। ਇਤਨਾ ਸਮਾਂ ਸਾਨੂੰ ਇਸ ਦੀ ਹੱਟੀ ਉੱਤੇ ਬੈਠਿਆਂ ਨੂੰ ਹੋ ਗਿਆ ਹੈ, ਇਸ ਨੇ ਸਾਡੇ ਵੱਲ ਅੱਖ ਭਰ ਕੇ ਵੀ ਨਹੀਂ ਵੇਖਿਆ। ਗੁਰੂ ਜੀ ਨੇ ਕਿਹਾ, ਮਰਦਾਨਾ, ਪਾਪ ਸਦਾ ਦੁੱਖ ਹੀ ਦਿੰਦੇ ਹਨ। ਗਿਆਨਵਾਨ ਸੁਖੀ ਹੁੰਦਾ ਹੈ, ਗਿਆਨਹੀਨ ਨੂੰ ਸੁੱਖ ਕਿਤੇ ਵੀ ਨਹੀਂ ਹੁੰਦਾ। ਜੇਕਰ ਤੈਨੂੰ ਕੋਈ ਸੰਸਾ ਹੈ ਤਾਂ ਇਸ ਨੂੰ ਪੁੱਛ ਲੈ। ਤਦ ਮਰਦਾਨੇ ਨੇ ਸ਼ਾਹੂਕਾਰ ਨੂੰ ਕਿਹਾ, ਅਸੀਂ ਤੁਹਾਨੂੰ ਬਹੁਤ ਸੁਖੀ ਵੇਖਿਆ ਹੈ। ਤੁਸਾਂ ਕਿਹੜਾ ਪੁੰਨ ਕੀਤਾ ਹੈ ਜਿਸ ਕਰਕੇ ਤੁਹਾਨੂੰ ਇਹ ਸੁੱਖ ਪ੍ਰਾਪਤ ਹੋਇਆ ਹੈ। ਸ਼ਾਹੂਕਾਰ ਮਰਦਾਨੇ ਦਾ ਫਕੀਰੀ ਭੇਸ ਵੇਖ ਕੇ ਬੋਲਿਆ ਕਿ ਮੇਰੇ ਵਰਗਾ ਜਗਤ ਵਿੱਚ ਹੋਰ ਕੋਈ ਦੁਖੀ ਨਹੀਂ ਹੈ। ਮਰਦਾਨੇ ਨੇ ਕਿਹਾ, ਇਹ ਬੜੇ ਕਰਨੀ ਵਾਲੇ ਸੰਤ ਹਨ, ਇਹਨਾਂ ਨੂੰ ਦੱਸ, ਤੇਰਾ ਦੁੱਖ ਦੂਰ ਹੋ ਜਾਏਗਾ। ਤਦ ਸ਼ਾਹੂਕਾਰ ਨੇ ਗੁਰੂ ਜੀ ਪਾਸ ਬੈਠ ਕੇ ਦੱਸਿਆ ਕਿ ਮੇਰੀ ਇਸਤਰੀ ਨਾਲ ਮੇਰਾ ਬੜਾ ਪਿਆਰ ਸੀ। ਇੱਕ ਵਾਰ ਬੜੀ ਬਿਮਾਰ ਹੋ ਗਈ, ਉਸ ਦੇ ਜਿਉਣ ਦੀ ਕੋਈ ਆਸ ਨਾ ਰਹੀ। ਉਸ ਦੀ ਇਹ ਹਾਲਤ ਵੇਖ ਕੇ ਮੈਂ ਰੋਣ ਲੱਗਾ ਤਾਂ ਉਸ ਨੇ ਕਿਹਾ, ਰੋਂਦਾ ਕਿਉਂ ਹੈ? ਮੈਂ ਮਰ ਜਾਵਾਂਗੀ ਤਾਂ ਤੂੰ ਹੋਰ ਵਿਆਹ ਕਰਕੇ ਸੁੱਖ ਭੋਗ ਲਵੇਂਗਾ, ਮੈਨੂੰ ਯਾਦ ਵੀ ਨਹੀਂ ਕਰੇਂਗਾ। ਉਸ ਦੀ ਗੱਲ ਸੁਣ ਕੇ ਮੈਂ ਆਖਿਆ, ਹੇ ਪ੍ਰਿਯ, ਜੇ ਤੂੰ ਮਰ ਜਾਵੇਂਗੀ ਤਾਂ ਮੈਂ ਹੋਰ ਕਿਸੇ ਇਸਤਰੀ ਨਾਲ ਵਿਆਹ ਨਹੀਂ ਕਰਾਂਗਾ। ਉਸ ਨੇ ਕਿਹਾ, ਇਹ ਗੱਲ ਤਦ ਤੱਕ ਹੀ ਸੱਚੀ ਹੈ ਜਦ ਤੱਕ ਮੈਂ ਜਿਉਂਦੀ ਹਾਂ। ਮੈਂ ਮਰ ਗਈ ਤਾਂ ਇਹ ਸਭ ਗੱਲਾਂ ਤੇ ਇਕਰਾਰ ਭੁੱਲ ਜਾਣਗੇ। ਉਸ ਦੀ ਇਹ ਤਰਕ ਸੁਣ ਕੇ ਮੈਂ ਉਸ ਦੇ ਪ੍ਰੇਮ ਨੂੰ ਸੱਚਾ ਦੱਸਣ ਵਾਸਤੇ ਉਸਤਰਾ ਲੈ ਕੇ ਆਪਣੀ ਇੰਦਰੀ ਵੱਢ ਦਿੱਤੀ ਤੇ ਕਿਹਾ ਕਿ ਹੁਣ ਤਾਂ ਤੈਨੂੰ ਇਤਬਾਰ ਆ ਗਿਆ ਹੋਵੇਗਾ ਕਿ ਮੈਂ ਸੱਚ ਕਹਿੰਦਾ ਹਾਂ। ਕਰਨਾ ਕਰਤਾਰ ਦਾ ਐਸਾ ਹੋਇਆ ਕਿ ਕੁਝ ਸਮਾਂ ਪਾ ਕੇ ਮੇਰੀ ਇਸਤਰੀ ਅਰੋਗ ਹੋ ਗਈ ਅਤੇ ਮੈਨੂੰ ਗ੍ਰਹਿਸਥ ਭੋਗਣ ਦੇ ਅਸਮਰਥ ਜਾਣ ਕੇ ਪਰਾਏ ਪੁਰਸ਼ਾਂ ਨਾਲ ਪਿਆਰ ਕਰਦੀ ਫਿਰਦੀ ਹੈ। ਉਸ ਦਾ ਇਹ ਕੁਕਰਮ ਵੇਖ ਕੇ ਮੈਨੂੰ ਬੜਾ ਦੁੱਖ ਹੁੰਦਾ ਹੈ, ਜਿਸ ਕਰਕੇ ਰਾਤ ਦਿਨ ਚਿੰਤਾ ਅਗਨੀ ਵਿੱਚ ਸੜਦਾ ਰਹਿੰਦਾ ਹਾਂ। ਇਸ ਤਰ੍ਹਾਂ ਮੈਂ ਸਮਝਦਾ ਹਾਂ ਕਿ ਮੇਰੇ ਵਰਗਾ ਦੁਖੀ ਹੋਰ ਕੋਈ ਨਹੀਂ ਹੈ। ਉਸ ਦੀ ਸਾਰੀ ਵਾਰਤਾ ਸੁਣ ਕੇ ਗੁਰੂ ਜੀ ਨੇ ਕਿਹਾ, ਸ਼ਾਹ ਜੀ, ਪਿਛਲੇ ਜਨਮਾਂ ਦੇ ਕੀਤੇ ਕਰਮਾਂ ਅਨੁਸਾਰ ਦੁੱਖ ਸੁੱਖ ਮਿਲਦੇ ਹਨ। ਜਿਸ ਕਿਸੇ ਨੇ ਜੋ ਕਰਮ ਕੀਤੇ ਹੁੰਦੇ ਹਨ ਉਹਨਾਂ ਨੂੰ ਭੋਗਣ ਤੋਂ ਬਿਨਾਂ ਉਸ ਦਾ ਛੁਟਕਾਰਾ ਨਹੀਂ ਹੁੰਦਾ। ਜੋ ਪ੍ਰਭੂ ਭਗਤੀ ਕਰਨ ਵਾਲੇ ਭਗਤ ਲੋਕ ਹਨ, ਉਹ ਇਸ ਤਰ੍ਹਾਂ ਜਾਣਦੇ ਹਨ ਕਿ ਦੁੱਖ ਸੁੱਖ ਪਰਮਾਤਮਾ ਦਿੰਦਾ ਹੈ। ਜੋ ਉਹ ਕਰਦਾ ਹੈ ਸਾਡੇ ਲਈ ਠੀਕ ਹੀ ਕਰਦਾ ਹੈ। ਜਦ ਉਹਨਾਂ ਨੂੰ ਕੋਈ ਦੁੱਖ ਲੱਗਦਾ ਹੈ ਤਾਂ ਉਹ ਸਮਝ ਕੇ ਪ੍ਰਸੰਨ ਰਹਿੰਦੇ ਹਨ ਕਿ ਉਹਨਾਂ ਦੇ ਪਾਪਾਂ ਦਾ ਨਾਸ ਹੋ ਰਿਹਾ ਹੈ, ਅਤੇ ਜਦ ਕੋਈ ਸੁੱਖ ਭੋਗਦਾ ਹੈ ਤਾਂ ਉਸ ਦੇ ਪੁੰਨ ਨਾਸ ਹੋ ਜਾਂਦੇ ਹਨ। ਇਸ ਕਰਕੇ ਭਗਤ ਲੋਕ ਸੰਸਾਰ ਵਿੱਚ ਦੁੱਖ ਭੋਗ ਕੇ ਪ੍ਰਸੰਨ ਰਹਿੰਦੇ ਹਨ। ਸੰਸਾਰੀ ਲੋਕ ਸੁੱਖ ਸਮੇਂ ਖੁਸ਼ੀ ਮਨਾਉਂਦੇ ਹਨ ਤੇ ਦੁੱਖ ਸਮੇਂ ਸੋਗ ਕਰਦੇ ਹਨ, ਪਰੰਤੂ ਗਿਆਨਵਾਨ ਆਪਣੇ ਕਰਮਾਂ ਦਾ ਭੋਗ ਸਮਝ ਕੇ ਸਦਾ ਇਕਸਾਰ ਰਹਿੰਦੇ ਹਨ। ਆਪਣੇ ਕਰਮਾਂ ਦਾ ਫਲ ਸਭ ਨੂੰ ਭੋਗਣਾ ਪੈਂਦਾ ਹੈ। ਇਸ ਪ੍ਰਥਾਏ ਆਪ ਜੀ ਨੇ ਸ਼ਬਦ ਉਚਾਰਨ ਕੀਤਾ। ਸ਼ਲੋਕ ਮਹੱਲਾ ਪਹਿਲਾ। ਸਹੰਸਰ ਦਾਨ ਦੇ ਇੰਦਰ ਰੋਆਇਆ, ਪਰਸਰਾਮ ਰੋਵੈ ਘਰ ਆਇਆ। ਅਜੈ ਸੂ ਰੋਵੈ ਭੀਖਿਆ ਖਾਏ, ਐਸੀ ਦਰਗਹ ਮਿਲੇ ਸਜਾਏ। ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਰੋਵੇ ਦਹਿਸਰ ਲੰਕ ਗਵਾਏ, ਜਿਨ ਸੀਤਾ ਆਦਿ ਡੌਰੂ ਵਾਏ। ਰੋਵਹਿ ਪਾਂਡਵ ਭਏ ਮਜੂਰ, ਜਿਨ ਕੇ ਸੁਆਮੀ ਰਹਿਤ ਹਦੂਰ। ਰੋਵੈ ਜਨਮੇਜਾ ਖੋਏ ਗਿਆ, ਏਕੀ ਕਾਰਨ ਪਾਪੀ ਭਇਆ। ਰੋਵਹਿ ਸੇਖ ਮਸਾਇਕ ਪੀਰ, ਅੰਤ ਕਾਲ ਮਤ ਲਾਗੇ ਭੀੜ। ਰੋਵਹਿ ਰਾਜੇ ਕੰਨ ਪੜਾਏ, ਘਰ ਘਰ ਮੰਗਹਿ ਭੀਖਿਆ ਜਾਏ। ਰੋਵਹਿ ਕਿਰਪਨ ਸੰਚਹਿ ਧਨ ਜਾਏ, ਪੰਡਤ ਰੋਵਹਿ ਗਿਆਨ ਗਵਾਏ। ਬਾਲੀ ਰੋਵੇ ਨਾਹ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਮੰਨੇ ਨਾਉ ਸੋਈ ਜਨ ਜਾਏ, ਔਰੀ ਕਰਮ ਨਾ ਲੇਖੇ ਲਾਏ। ਭਾਵ, ਗੁਰੂ ਜੀ ਨੇ ਕਿਹਾ, ਸ਼ਾਹ ਜੀ, ਕਰਮਾਂ ਦਾ ਫਲ ਵੱਡੇ ਵੱਡੇ ਪ੍ਰਤਾਪੀ ਰਾਜਿਆਂ, ਰਿਖੀਆਂ ਮੁਨੀਆਂ ਤੇ ਦੇਵਤਿਆਂ ਨੂੰ ਵੀ ਭੋਗਣਾ ਪੈਂਦਾ ਹੈ। ਇਸ ਕਰਕੇ ਤੁਹਾਡਾ ਇਹ ਦੁੱਖ ਵੀ ਪਿਛਲੇ ਕਰਮਾਂ ਦਾ ਫਲ ਹੈ। ਨਾਮ ਸਿਮਰਨ ਕਰਕੇ ਹੀ ਸੁੱਖ ਪ੍ਰਾਪਤ ਹੋਵੇਗਾ। ਇਸ ਸ਼ਬਦ ਵਿੱਚ ਆਏ ਪ੍ਰਸੰਗਾਂ ਦਾ ਵਰਣਨ ਗੁਰੂ ਜੀ ਨੇ ਮਰਦਾਨੇ ਦੇ ਪੁੱਛਣ ਕਰਕੇ ਇਸ ਤਰ੍ਹਾਂ ਦੱਸਿਆ। ਜਿਹੜਾ
100 ਅਸਮੇਧ ਯੱਗ ਕਰੇ, ਉਹ ਸੁਰਗਾਂ ਦਾ ਰਾਜਾ ਇੰਦਰ ਬਣਦਾ ਹੈ। ਬਹੁਤ ਅਪਸਰਾਂ ਉਸ ਪਾਸ ਹਾਸ ਬਿਲਾਸ ਵਾਸਤੇ ਹੁੰਦੀਆਂ ਹਨ ਅਤੇ ਸੱਚੀ ਇੱਕ ਅਤ ਸੁੰਦਰ ਇਸਤਰੀ ਉਸ ਦੀ ਰਾਣੀ ਹੁੰਦੀ ਹੈ। ਇੱਕ ਵਾਰ ਇਸ ਨੇ ਜਦ ਗੌਤਮ ਰਿਖੀ ਦੀ ਇਸਤਰੀ ਅਹਲਿਆ ਨਾਲ ਛਲ ਕਰਕੇ ਉਸ ਦਾ ਸੱਤ ਭੰਗ ਕੀਤਾ ਤਾਂ ਰਿਖੀ ਦੇ ਸ਼ਰਾਪ ਕਰਕੇ ਇਸ ਦੇ ਸਰੀਰ ਦੇ 1000 ਭਗੋ ਗਈ, ਜਿਸ ਦੁੱਖ ਕਰਕੇ ਇੰਦਰ ਨੂੰ ਰੋਣਾ ਪਿਆ। ਸਹੰਸਰ ਬਾਹੂ ਇੱਕ ਰਾਜਾ ਹੋਇਆ ਹੈ ਜਿਸ ਨੇ ਸਾਰੇ ਪਾਸੇ ਜਿੱਤਾਂ ਪ੍ਰਾਪਤ ਕੀਤੀਆਂ। ਇੱਕ ਸਮੇਂ ਸੈਨਾ ਸਹਿਤ ਜਮਦਗਨ ਰਿਖੀ ਦੇ ਆਸ਼ਰਮ ਤੇ ਡੇਰਾ ਜਾ ਕੀਤਾ। ਰਿਖੀ ਨੇ ਆਪਣੇ ਡੇਰੇ ਆਇਆ ਜਾਣ ਕੇ ਇਸ ਦੀ ਰੋਟੀ ਕੀਤੀ ਅਤੇ ਕਾਮਧੇਨ ਗਊ ਨੂੰ ਸਵਰਗਾਂ ਵਿੱਚੋਂ ਮੰਗਵਾ ਕੇ ਰਾਜੇ ਨੂੰ ਉਸ ਦੀ ਬਹੁਤ ਸੈਨਾ ਸਹਿਤ ਭੋਜਨ ਛਕਾ ਕੇ ਤ੍ਰਿਪਤ ਕੀਤਾ। ਰਾਜਾ ਸਹੰਸਰ ਬਾਹੂ ਨੇ ਕਾਮਧੇਨ ਦੀ ਮਹਾਨਤਾ ਵੇਖ ਕੇ ਰਿਖੀ ਤੋਂ ਗਊ ਮੰਗੀ, ਪਰ ਰਿਖੀ ਨੇ ਗਊ ਸੁਰਗਾਂ ਨੂੰ ਵਾਪਸ ਭੇਜ ਦਿੱਤੀ। ਰਾਜੇ ਨੇ ਇਸ ਗੱਲ ਦਾ ਗੁੱਸਾ ਕਰਕੇ ਰਿਖੀ ਨੂੰ ਕਤਲ ਕਰ ਦਿੱਤਾ। ਰਿਖੀ ਦੀ ਇਸਤਰੀ ਰੇਣਕਾ ਆਪਣੇ ਮ੍ਰਿਤਕ ਪਤੀ ਨੂੰ ਵੇਖ ਕੇ ਬਹੁਤ ਰੋਈ ਤੇ ਵਿਰਲਾਪ ਕਰਨ ਲੱਗੀ। 7 ਦੁਹੱਥੜਾ ਆਪਣੀ ਛਾਤੀ, ਲੱਤਾਂ ਅਤੇ ਗੱਲਾਂ ਉੱਤੇ ਮਾਰ ਕੇ ਆਪਣੇ ਪੁੱਤਰ ਪਰਸ਼ੁਰਾਮ ਨੂੰ ਯਾਦ ਕਰਕੇ ਤਪ ਕਰਦੇ ਨੂੰ ਬੁਲਾਇਆ। ਪਰਸ਼ੁਰਾਮ ਤਤਛਿਨ ਹੀ ਆਪਣੀ ਮਾਤਾ ਦਾ ਦੁੱਖ ਅਨੁਭਵ ਕਰਕੇ ਆ ਗਿਆ ਅਤੇ ਪਿਤਾ ਦੀ ਮ੍ਰਿਤੂ ਹੋਈ ਵੇਖ ਕੇ ਬਹੁਤ ਦੁਖੀ ਹੋਇਆ। ਕ੍ਰੋਧ ਵਿੱਚ ਆ ਕੇ ਆਖਿਆ, ਹੇ ਮਾਤਾ, ਤੂੰ 21 ਵਾਰ ਆਪਣੇ ਸਰੀਰ ਉੱਤੇ ਹੱਥ ਮਾਰੇ ਹਨ। ਮੈਂ ਪ੍ਰਣ ਕਰਦਾ ਹਾਂ ਕਿ ਮੈਂ ਇਸ ਧਰਤੀ ਨੂੰ 21 ਵਾਰ ਛਤਰੀਆਂ ਤੋਂ ਰਹਿਤ ਕਰਾਂਗਾ। ਇੱਕ ਵਾਰ ਧਰਤੀ ਉੱਤੇ ਕੋਈ ਛਤਰੀ ਨਹੀਂ ਰਹਿਣ ਦਿਆਂਗਾ। ਇਸ ਤਰ੍ਹਾਂ ਪ੍ਰਣ ਕਰਕੇ ਮੋਢੇ 'ਤੇ ਕੁਹਾੜਾ ਰੱਖ ਕੇ ਸਹੰਸਰ ਬਾਹੂ ਨਾਲ ਲੜ ਕੇ ਪਹਿਲਾਂ ਉਸ ਨੂੰ ਮਾਰਿਆ ਅਤੇ ਫਿਰ ਹੋਰ ਸਾਰੀ ਧਰਤੀ 'ਤੇ ਚੱਕਰ ਲਾ ਕੇ ਕੋਈ ਖੱਤਰੀ ਨਾ ਰਹਿਣ ਦਿੱਤਾ ਅਤੇ ਧਰਤੀ ਦਾ ਰਾਜ ਬ੍ਰਾਹਮਣਾਂ ਨੂੰ ਦੇ ਦਿੱਤਾ। ਇਸ ਤਰ੍ਹਾਂ ਜਦ 21 ਵਾਰ ਕਰ ਚੁੱਕਾ ਤਾਂ ਇੱਕ ਸਮੇਂ ਇਸ ਦਾ ਰਾਮਚੰਦਰ ਨਾਲ ਟਾਕਰਾ ਹੋ ਗਿਆ। ਰਾਮਚੰਦਰ ਨੇ ਇਸ ਦਾ ਸਾਰਾ ਬਲ ਹਰ ਲਿਆ, ਜਿਸ ਕਰਕੇ ਪਰਸ਼ੁਰਾਮ ਸ਼ਰਮਿੰਦਗੀ ਨਾਲ ਘਰ ਜਾ ਕੇ ਬਹੁਤ ਰੋਇਆ। ਰਾਜਾ ਅੱਜ ਆਪਣੀ ਇਸਤਰੀ ਰਾਣੀ ਇੰਦਰਮਤੀ ਦੇ ਪ੍ਰੇਮ ਵਿਛੋੜੇ ਵਿੱਚ ਭਿੱਖਿਆ ਮੰਗਣ ਗਿਆ ਤੇ ਬਹੁਤ ਰੋਇਆ। ਸ਼੍ਰੀ ਰਾਮਚੰਦਰ ਜੀ ਵਿਸ਼ਨੂੰ ਦੇ ਅਵਤਾਰ ਸਨ, ਜਿਨ੍ਹਾਂ ਦਾ ਨਾਮ ਸਾਰਾ ਸੰਸਾਰ ਲੈਂਦਾ ਹੈ। ਉਹ ਸੀਤਾ ਤੇ ਲਛਮਣ ਦੇ ਵਿਛੜਨ ਕਰਕੇ ਬਹੁਤ ਰੋਇਆ। ਰਾਵਣ ਲੰਕਾ ਦਾ ਰਾਜਾ, ਜਿਸ ਦੀ 3 ਲੋਕਾਂ ਉੱਤੇ ਹਕੂਮਤ ਸੀ, ਉਹ ਵੀ ਰਾਮਚੰਦਰ ਦੇ ਹੱਥੋਂ ਫੱਟੜ ਹੋ ਕੇ ਧਰਤੀ ਤੇ ਡਿੱਗ ਕੇ ਬਹੁਤ ਰੋਇਆ। ਇਸ ਸੰਸਾਰ ਵਿੱਚ ਬਹੁਤ ਬਲੀ ਤੇ ਸਭ ਪ੍ਰਕਾਰ ਦੇ ਸਮਰੱਥ ਲੋਕ ਵੀ ਗਿਆਨ ਤੋਂ ਬਿਨਾਂ ਦੁੱਖ ਪਾ ਕੇ ਕੂਚ ਕਰਕੇ ਤੁਰ ਗਏ। ਪਾਂਡਵਾਂ ਦਾ ਪ੍ਰਸੰਗ। ਬਾਲੇ ਨੇ ਕਿਹਾ, ਮਹਾਰਾਜ, ਹੁਣ ਪਾਂਡਵਾਂ ਦਾ ਪ੍ਰਸੰਗ ਵੀ ਸੁਣੀਏ। ਪਾਂਡਵ 5 ਭਰਾ ਸਨ, ਜਿਨ੍ਹਾਂ ਪਾਸ ਕ੍ਰਿਸ਼ਨ ਜੀ ਰਹਿੰਦੇ ਸਨ। ਸਾਰੀਆਂ ਦਿਸ਼ਾਵਾਂ ਦੇ ਰਾਜਿਆਂ ਨੂੰ ਜਿੱਤ ਕੇ ਇਹਨਾਂ ਨੇ ਇੱਕ ਵਾਰ ਬੜਾ ਭਾਰਾ ਰਾਜਸ ਯੱਗ ਕੀਤਾ। ਸਾਰੇ ਦੇਸ਼ਾਂ ਦੇ ਅਧੀਨ ਰਾਜਿਆਂ ਨੇ ਆਣ ਕੇ ਬਹੁਤ ਭੇਟਾਂ ਅਰਪਣ ਕੀਤੀਆਂ। ਸਮਾਂ ਪਾ ਕੇ ਇੱਕ ਵਾਰ ਦੁਰਯੋਧਨ ਨਾਲ ਜੂਆ ਖੇਡਿਆ ਤੇ ਸਭ ਰਾਜ ਭਾਗ ਹਾਰ ਕੇ ਉਪਰੰਤ ਆਪਣੀ ਇਸਤਰੀ ਦ੍ਰੋਪਦੀ ਵੀ ਹਾਰ ਦਿੱਤੀ। ਦੁਰਯੋਧਨ ਨੇ ਦ੍ਰੋਪਦੀ ਨੂੰ ਸਿਰ ਦੇ ਵਾਲਾਂ ਤੋਂ ਫੜ ਕੇ ਆਪਣੀ ਸਭਾ ਵਿੱਚ ਮੰਗਵਾਇਆ ਅਤੇ ਉਸ ਦੇ ਕੱਪੜੇ ਉਤਾਰ ਕੇ ਨੰਗੀ ਕਰਨ ਦਾ ਹੁਕਮ ਦੇ ਦਿੱਤਾ, ਪਰ ਉੱਥੇ ਕ੍ਰਿਸ਼ਨ ਨੇ ਉਸ ਦੀ ਲਾਜ ਰੱਖ ਲਈ ਤੇ ਨਗਨ ਹੋਣ ਤੋਂ ਬਚਾਇਆ। ਫਿਰ 14 ਵਰਸ ਦਾ ਬਨਵਾਸ ਭੋਗਣ ਵਾਸਤੇ ਜੰਗਲ ਵਿੱਚ 12 ਸਾਲ ਫਿਰ ਕੇ ਬਤੀਤ ਕੀਤੇ ਅਤੇ 13ਵੇਂ ਸਾਲ ਵਿੱਚ ਲੁਕਣ ਵਾਸਤੇ ਵਿਰਾਟ ਰਾਜੇ ਪਾਸ ਭੇਸ ਬਦਲ ਕੇ ਨੌਕਰ ਜਾ ਹੋਏ। ਯੁਧਿਸ਼ਟਰ ਨੇ ਚੌਪੜ ਦਾ ਖਿਡਾਰੀ ਬਣ ਕੇ ਆਪਣਾ ਕੰਕ ਨਾਮ ਰਖਵਾਇਆ। ਭੀਮ ਰਸੋਈਆ ਬਣਿਆ ਤੇ ਬੱਲਭ ਨਾਮ ਦੱਸਿਆ। ਅਰਜਨ ਹੀਜੜਾ ਬਣ ਕੇ ਵਿਰਾਟ ਦੀ ਰਾਜਕੁਮਾਰੀ ਨੂੰ ਨਿਰਤਕੀ ਨਾਚ ਸਿਖਾਉਣ ਲੱਗਾ। ਨਕੁਲ ਘੋੜਿਆਂ ਦੀ ਦੇਖਭਾਲ ਕਰਨ ਵਾਲਾ ਹੋ ਕੇ ਘੋੜੇ ਪਾਲ ਦੇ ਰੂਪ ਵਿੱਚ ਰਾਜੇ ਪਾਸ ਨੌਕਰ ਰਿਹਾ। ਸਹਿਦੇਵ ਗਵਾਲਾ ਬਣ ਕੇ ਗਊਆਂ ਦਾ ਚਰਵਾਹਾ ਬਣਿਆ। ਦ੍ਰੋਪਦੀ ਦਾਸੀ ਬਣ ਕੇ ਰਾਣੀਆਂ ਦੀ ਸੇਵਾਦਾਰਨੀ ਬਣ ਕੇ ਰਹੀ। ਵਿਰਾਟ ਦੀ ਰਾਣੀ ਦੀ ਇੱਕ ਕ੍ਰੀਚਕ ਨਾਮ ਦਾ ਭਾਈ ਦ੍ਰੋਪਦੀ ਉੱਤੇ ਮੋਹਿਤ ਹੋ ਗਿਆ। ਉਸ ਨੇ ਦ੍ਰੋਪਦੀ ਨੂੰ ਕਿਹਾ, ਹੇ ਦਾਸੀ, ਤੂੰ ਮੈਨੂੰ ਪਿਆਰੀ ਲੱਗਦੀ ਹੈ, ਮੈਂ ਤੇਰੇ ਨਾਲ ਪਿਆਰ ਕਰਨਾ ਚਾਹੁੰਦਾ ਹਾਂ। ਦ੍ਰੋਪਦੀ ਨੇ ਕਿਹਾ, ਮੇਰੇ ਰਖਵਾਲੇ 5 ਗੰਧਰਵ ਹਨ, ਜੇ ਤੂੰ ਮੈਨੂੰ ਬੁਰੀ ਨਜ਼ਰ ਨਾਲ ਵੇਖੇਂਗਾ ਤਾਂ ਉਹ ਤੈਨੂੰ ਮਾਰ ਦੇਣਗੇ। ਕ੍ਰੀਚਕ ਨੇ ਕਾਮ ਦੀ ਮਸਤੀ ਕਰਕੇ ਕੁਛ ਨਾ ਸੁਣਿਆ ਤੇ ਦ੍ਰੋਪਦੀ ਨੂੰ ਫੜਨ ਲੱਗਾ।
द्रौपदी दौड़ के ਵਿਰਾਟ ਰਾਜੇ ਦੀ ਸਭਾ ਵਿੱਚ ਆਣ ਕੇ ਪੁਕਾਰ ਕਰਨ ਲੱਗੀ। ਕ੍ਰੀਚਕ ਨੇ ਉਸ ਨੂੰ ਸਭਾ ਵਿੱਚ ਹੀ ਜਾ ਫੜਿਆ ਅਤੇ ਲੱਤਾਂ 'ਤੇ ਚਪੇੜਾਂ ਮਾਰੀਆਂ। ਰਾਜਾ ਵਿਰਾਟ ਬਲਵਾਨ ਕ੍ਰੀਚਕ ਤੋਂ ਡਰਦਾ ਚੁੱਪ ਕਰ ਰਿਹਾ। ਚਾਰੇ ਭਾਈ ਪਾਂਡੋ, ਯੁਧਿਸ਼ਟਰ, ਭੀਮ, ਨਕੁਲ ਤੇ ਸਹਿਦੇਵ ਜੋ ਉੱਥੇ ਹੀ ਬੈਠੇ ਸਨ, ਇਹ ਸਭ ਕੁਝ ਵੇਖ ਕੇ ਮਨ ਵਿੱਚ ਬਹੁਤ ਦੁਖੀ ਹੋਏ, ਪਰ ਕੁਝ ਨਾ ਕਰ ਸਕੇ ਅਤੇ ਬਹੁਤ ਰੋਏ। ਜਦ ਕ੍ਰੀਚਕ ਦ੍ਰੌਪਦੀ ਨੂੰ ਫੜ ਕੇ ਘਰ ਨੂੰ ਲੈ ਚੱਲਿਆ ਤਾਂ ਰਸਤੇ ਵਿੱਚ ਦ੍ਰੌਪਦੀ ਨੇ ਕਿਹਾ, ਮੈਂ ਰਾਤ ਸਮੇਂ ਆਪ ਹੀ ਤੁਹਾਡੇ ਪਾਸ ਆ ਜਾਵਾਂਗੀ, ਹੁਣ ਮੈਨੂੰ ਛੱਡ ਦਿਓ, ਇਹ ਦਿਨ ਦਾ ਸਮਾਂ ਹੈ। ਇਹ ਗੱਲ ਸੁਣ ਕੇ ਕ੍ਰੀਚਕ ਨੇ ਦ੍ਰੌਪਦੀ ਨੂੰ ਛੱਡ ਦਿੱਤਾ। ਜਦ ਰਾਤ ਪਈ ਤਾਂ ਭੀਮਸੈਨ ਦ੍ਰੌਪਦੀ ਦੇ ਕੱਪੜੇ ਪਾ ਕੇ ਕ੍ਰੀਚਕ ਦੇ ਪਾਸ ਚਲਿਆ ਗਿਆ। ਜਦ ਕ੍ਰੀਚਕ ਨੇ ਵੇਖਿਆ ਤਾਂ ਉਸ ਨੂੰ ਬਾਹੋਂ ਫੜ ਕੇ ਆਪਣੇ ਪਾਸ ਕਰਨ ਲੱਗਾ ਤਾਂ ਭੀਮ ਨੇ ਉਸ ਨੂੰ ਧੂ ਕੇ ਆਪਣੀ ਜੱਫੀ ਵਿੱਚ ਲੈ ਲਿਆ। ਤਦ ਕ੍ਰੀਚਕ ਤੇ ਭੀਮ ਵਿੱਚ ਬੜਾ ਯੁੱਧ ਹੋਇਆ, ਜਿਸ ਵਿੱਚ ਅੰਤ ਕ੍ਰੀਚਕ ਮਾਰਿਆ ਗਿਆ ਅਤੇ ਭੀਮ ਚੁਪਕੇ ਹੀ ਆਪਣੇ ਘਰ ਦੂਜੇ ਭਾਈਆਂ ਪਾਸ ਪਹੁੰਚ ਗਿਆ। ਸਵੇਰੇ ਜਦ ਕ੍ਰੀਚਕ ਦੇ ਭਾਈ ਨੇ ਉਸ ਨੂੰ ਮਰਿਆ ਵੇਖਿਆ ਤਾਂ ਉਸ ਨੇ ਕਿਹਾ, ਮੇਰੇ ਭਾਈ ਦੀ ਮੌਤ ਜਿਸ ਦਾਸੀ ਕਾਰਨ ਹੋਈ ਹੈ, ਉਸ ਨੂੰ ਵੀ ਮੈਂ ਆਪਣੇ ਭਾਈ ਦੇ ਨਾਲ ਹੀ ਸਾੜਾਂਗਾ। ਇਸ ਤਰ੍ਹਾਂ ਆਖ ਕੇ ਦ੍ਰੌਪਦੀ ਨੂੰ ਬਾਹੋਂ ਫੜ ਕੇ ਆਪਣੇ ਭਾਈ ਦੀ ਚਿਖਾ ਵਿੱਚ ਸਾੜਨ ਵਾਸਤੇ ਲੈ ਗਿਆ। ਇੱਧਰ ਭੀਮਸੈਨ ਨੇ ਬੜਾ ਭਿਆਨਕ ਰੂਪ ਧਾਰਨ ਕਰਕੇ ਇੱਕ ਸੁੱਕਾ ਬ੍ਰਿਛ ਉਖਾੜ ਕੇ ਚੁੱਕ ਲਿਆ ਅਤੇ ਬੜੇ ਕ੍ਰੋਧ ਨਾਲ ਚਿਖਾ ਪਾਸ ਆ ਗਿਆ। ਉਸ ਨੂੰ ਵੇਖ ਕੇ ਦ੍ਰੌਪਦੀ ਨੇ ਉੱਚੀ ਆਵਾਜ਼ ਨਾਲ ਕਿਹਾ, ਉਹ ਵੇਖੋ, ਮੇਰੀ ਰੱਖਿਆ ਕਰਨ ਵਾਲਾ ਗੰਧਰਵ ਆ ਗਿਆ ਹੈ, ਮੈਨੂੰ ਛੱਡ ਕੇ ਭੱਜ ਜਾਓ, ਨਹੀਂ ਤਾਂ ਸਭ ਨੂੰ ਮਾਰ ਦੇਵੇਗਾ। ਇਹ ਗੱਲ ਸੁਣ ਕੇ ਲੋਕ ਤਾਂ ਸਾਰੇ ਭੱਜ ਗਏ, ਪਰ ਕ੍ਰੀਚਕ ਦੇ 100 ਭਰਾਵਾਂ ਨੇ ਆਪਣੇ ਸੂਰਮਿਆਂ ਨਾਲ ਮਿਲ ਕੇ ਆਣ ਟਾਕਰਾ ਕੀਤਾ। ਭੀਮ ਨੇ ਸੁੱਕੇ ਬ੍ਰਿਛ ਨਾਲ ਹੀ ਕ੍ਰੀਚਕ ਦੇ 100 ਭਰਾਵਾਂ ਤੇ ਕੁਝ ਸੂਰਮਿਆਂ ਨੂੰ ਮਾਰ ਦਿੱਤਾ ਅਤੇ ਦ੍ਰੌਪਦੀ ਨੂੰ ਬਚਾ ਲਿਆ। ਕੋੜੀ ਫਕੀਰ ਦਾ ਉਦਾਰ। ਭਾਈ ਬਾਲਾ ਕਹਿਣ ਲੱਗਾ, ਮਹਾਰਾਜ, ਹੁਣ ਰਾਜਾ ਜਨਮੇਜਾ ਦਾ ਪ੍ਰਸੰਗ ਸੁਣੋ। ਇੱਕ ਦਿਨ ਵੇਦ ਵਿਆਸ ਰਾਜੇ ਪਾਸ ਬੈਠਾ ਸੀ। ਰਾਜੇ ਨੇ ਪੁੱਛਿਆ ਕਿ ਯੁਧਿਸ਼ਟਰ, ਸਾਡਾ ਦਾਦਾ ਜਦ ਜੂਆ ਖੇਡਣ ਲੱਗਾ ਸੀ ਤਾਂ ਉਸ ਨੂੰ ਕਿਸੇ ਨੇ ਇਸ ਖੇਡ ਤੋਂ ਬੰਦ ਨਾ ਕੀਤਾ। ਇਤਨੇ ਧਰਮਾਤਮਾ ਹੋ ਕੇ ਉਹਨਾਂ ਨੇ ਇਹ ਖੋਟਾ ਕਰਮ ਕਿਉਂ ਕੀਤਾ? ਵਿਆਸ ਜੀ ਨੇ ਕਿਹਾ, ਰਾਜਾ ਜੀ, ਭਾਵੇਂ ਕੋਈ ਕਿਤਨਾ ਸਿਆਣਾ ਹੋਵੇ ਤੇ ਲੱਖਾਂ ਉਪਾਅ ਕਰੇ, ਪਰ ਹੋਣਹਾਰ ਕਿਸੇ ਪਾਸੋਂ ਨਹੀਂ ਟਲਦੀ ਹੋ ਕੇ ਰਹਿੰਦੀ ਹੈ। ਯਥਾ ਦੋਹਰਾ ਕੋਟ ਉਪਾਵਨ ਕੋ ਕਰੇ, ਕੈਸੋ ਸਿਆਣਾ ਹੋਏ, ਟਾਰੀ ਟਰਤ ਨਾ ਕਿਸੂ ਤੇ ਹੋਣਹਾਰ ਸੋ ਹੋਏ। ਜਨਮੇਜੇ ਨੇ ਕਿਹਾ, ਮੁਨੀ ਜੀ, ਪਹਿਲਾਂ ਹੀ ਅੱਗੇ ਦੀ ਖਬਰ ਦੱਸ ਦੇਵੇ ਤਾਂ ਫੇਰ ਭਾਵੇਂ ਕੋਈ ਕਿੰਨਾ ਹੀ ਸਾਧਾਰਨ ਹੋਵੇ, ਹੋਣਹਾਰ ਕਿਸ ਤਰ੍ਹਾਂ ਹੋਵੇਗੀ। ਵਿਆਸ ਨੇ ਕਿਹਾ, ਹੇ ਰਾਜਾ, ਜੋ ਕੁਛ ਤੇਰੇ ਨਾਲ ਅੱਗੇ ਬੀਤਣਾ ਹੈ ਉਹ ਮੈਂ ਤੈਨੂੰ ਦੱਸ ਦਿੰਦਾ ਹਾਂ, ਉਸ ਦਾ ਉਪਾਅ ਕਰ ਲੈਣਾ। ਵਿਆਸ ਜੀ ਨੇ ਰਾਜੇ ਨੂੰ ਕਿਹਾ, ਤੂੰ ਇੱਕ ਘੋੜੀ ਖਰੀਦੇਂਗਾ, ਉਸ ਉੱਤੇ ਚੜ੍ਹ ਕੇ ਦੱਖਣ ਦਿਸ਼ਾ ਵੱਲ ਸ਼ਿਕਾਰ ਜਾਏਂਗਾ। ਥੱਕ ਕੇ ਤੂੰ ਇੱਕ ਸਰੋਵਰ ਦੇ ਕਿਨਾਰੇ ਸੌਂ ਜਾਵੇਂਗਾ। ਸਰੋਵਰ ਵਿੱਚੋਂ ਨਿਕਲ ਕੇ ਇੱਕ ਘੋੜਾ ਤੇਰੀ ਘੋੜੀ ਨਾਲ ਮਿਲ ਜਾਵੇਗਾ। ਘੋੜੀ ਵਿੱਚੋਂ ਇੱਕ ਸੁੰਦਰ ਵਛੇਰਾ ਕਾਲੇ ਕੰਨਾਂ ਵਾਲਾ ਪੈਦਾ ਹੋਵੇਗਾ। ਉਸ ਘੋੜੇ ਦਾ ਤੂੰ ਅਸਵਮੇਧ ਯੱਗ ਕਰੇਂਗਾ। ਉਸ ਸਮੇਂ ਬਹੁਤ ਸਾਰੇ ਪੰਡਤ ਉਸ ਯੱਗ ਵਿੱਚ ਹਾਜ਼ਰ ਹੋਣਗੇ। ਉੱਥੇ ਤੈਨੂੰ ਐਸਾ ਵਿਘਨ ਹੋਵੇਗਾ ਕਿ ਤੂੰ ਉਹਨਾਂ ਬ੍ਰਾਹਮਣਾਂ ਨੂੰ ਮਾਰ ਦੇਵੇਂਗਾ। ਤੈਨੂੰ ਉਹਨਾਂ ਦੇ ਮਹਾਂ ਪਾਪ ਕਰਕੇ ਕੋਹੜ ਹੋ ਜਾਵੇਗਾ। ਇਸ ਉਪਾਏ ਵਾਸਤੇ ਮਹਾਭਾਰਤ ਸੁਣੇਗਾ, ਪਰ ਉਸ ਕਥਾ ਵਿੱਚ ਤੂੰ ਇੱਕ ਥਾਂ ਸ਼ੱਕ ਕਰੇਂਗਾ ਕਿ ਇਹ ਕਿਵੇਂ ਹੋ ਸਕਦਾ ਹੈ, ਜਿਸ ਕਰਕੇ ਥੋੜ੍ਹਾ ਜਿਹਾ ਤੇਰਾ ਕੋਹੜ ਦਾ ਦੁੱਖ ਰਹਿ ਜਾਵੇਗਾ, ਜਿਸ ਨਾਲ ਤੇਰੀ ਮ੍ਰਿਤੂ ਹੋ ਜਾਵੇਗੀ। ਹੇ ਰਾਜਨ, ਮੈਂ ਤੈਨੂੰ ਸਭ ਕੁਝ ਦੱਸ ਦਿੱਤਾ ਹੈ, ਹੁਣ ਤੂੰ ਇਸ ਤੋਂ ਬਚਣ ਦਾ ਉਪਾਅ ਕਰ ਲੈ। ਇਹ ਗੱਲ ਸੁਣ ਕੇ ਰਾਜੇ ਨੇ ਘੋੜੇ ਖਰੀਦਣੇ ਹੀ ਬੰਦ ਕਰ ਦਿੱਤੇ। ਪਰ ਕੁਝ ਸਮੇਂ ਉਪਰੰਤ ਜਦ ਘੋੜੇ ਥੋੜ੍ਹੇ ਰਹਿ ਗਏ ਤਾਂ ਸੈਨਾਪਤੀ ਨੇ ਕਿਹਾ ਕਿ ਸੈਨਾ ਵਾਸਤੇ ਘੋੜੇ ਜ਼ਰੂਰੀ ਹਨ। ਤੁਸੀਂ ਆਪ ਭਾਵੇਂ ਸਵਾਰੀ ਨਾ ਕਰਨੀ, ਸੈਨਾ ਵਾਸਤੇ ਘੋੜੇ ਖਰੀਦਣ ਦੀ ਆਗਿਆ ਦੇ ਦਿਓ। ਸੋ ਰਾਜੇ ਨੇ ਘੋੜੇ ਖਰੀਦਣ ਦੀ ਆਗਿਆ ਦੇ ਦਿੱਤੀ। ਉਪਰੰਤ ਇੱਕ ਵਾਰ ਇਹ ਸੌਦਾਗਰ ਬੜੀ ਸੁੰਦਰ ਘੋੜੀ ਲੈ ਆਇਆ, ਜਿਸ ਨੂੰ ਵੇਖ ਕੇ ਰਾਜੇ ਨੇ ਖਰੀਦਣ ਦੀ ਆਗਿਆ ਦੇ ਦਿੱਤੀ। ਆਪਣੇ ਅਸਵਾਰਾਂ ਪਾਸੋਂ ਉਸ ਦੀ ਬਹੁਤ ਉਸਤਤੀ ਸੁਣ ਕੇ ਰਾਜਾ ਆਪ ਉਸ ਪਰ ਅਸਵਾਰ ਹੋ ਕੇ ਸ਼ਿਕਾਰ ਨੂੰ ਚਲਿਆ ਗਿਆ। ਇੱਕ ਹਿਰਨ ਦੇ ਪਿੱਛੇ ਘੋੜੇ ਨੂੰ ਲਾ ਕੇ ਰਾਜਾ ਦੱਖਣ ਦਿਸ਼ਾ ਚਲਿਆ ਗਿਆ ਅਤੇ ਬਹੁਤ ਥਕਾਵਟ ਦੇ ਕਾਰਨ ਇੱਕ ਸਰੋਵਰ ਕਿਨਾਰੇ ਘੋੜੀ ਨੂੰ ਬ੍ਰਿਛ ਨਾਲ ਬੰਨ੍ਹ ਕੇ ਆਪ ਲੇਟ ਕੇ ਸੌਂ ਗਿਆ।
ਸਰੋਵਰ 'ਚੋਂ ਨਿਕਲ ਕੇ ਘੋੜੇ ਨੇ ਘੋੜੀ ਨੂੰ ਗਰਭ ਕਰ ਦਿੱਤਾ, ਜਿਸ ਵਿੱਚੋਂ ਸਮਾਂ ਪਾ ਕੇ ਕਾਲੇ ਕੰਨਾਂ ਵਾਲਾ ਸੁੰਦਰ ਵਛੇਰਾ ਪੈਦਾ ਹੋਇਆ। ਬਿਆਸ ਰਿਖੀ ਦੀ ਦੱਸੀ ਭਾਵੀ ਤੋਂ ਬਚਣ ਵਾਸਤੇ ਰਾਜੇ ਨੇ ਅਸਵਮੇਧ ਯੱਗ ਰਚਾਇਆ ਅਤੇ ਬਹੁਤ ਸਾਰੇ ਬ੍ਰਾਹਮਣਾਂ ਨੂੰ ਯੱਗ ਪੂਰਤੀ ਵਾਸਤੇ ਸੱਦਿਆ। ਜਦ ਰਾਜਾ ਆਪਣੀ ਰਾਣੀ ਸਹਿਤ ਬ੍ਰਾਹਮਣਾਂ ਨੂੰ ਦਾਨ ਦੇਣ ਵਾਸਤੇ ਯੱਗਸ਼ਾਲਾ ਵਿੱਚ ਗਿਆ ਤਾਂ ਰਾਣੀ ਦੀ ਧੋਤੀ ਦਾ ਪੱਲਾ ਹਵਾ ਨਾਲ ਉੱਚਾ ਹੋ ਗਿਆ, ਜਿਸ ਨੂੰ ਵੇਖ ਕੇ ਸਾਰੇ ਬ੍ਰਾਹਮਣ ਹੱਸ ਪਏ। ਰਾਜਾ ਬ੍ਰਾਹਮਣਾਂ ਦੀ ਹਾਸੀ ਵੇਖ ਕੇ ਬਹੁਤ ਕ੍ਰੋਧ ਵਿੱਚ ਆ ਗਿਆ ਅਤੇ ਉਸ ਨੇ ਉੱਥੇ ਹੀ ਸਾਰੇ ਬ੍ਰਾਹਮਣ ਹਵਨ ਕੁੰਡ ਵਿੱਚ ਪਾ ਕੇ ਸਾੜ ਦਿੱਤੇ। ਇਸ ਮਹਾਪਾਪ ਕਰਕੇ ਉਸ ਨੂੰ ਕੋਹੜ ਹੋ ਗਿਆ। ਫਿਰ ਬਿਆਸ ਨੇ ਆਣ ਕੇ ਸਮਝਾਇਆ ਤੇ ਮਹਾਭਾਰਤ ਦੀ ਕਥਾ ਸੁਣਾਈ। ਜਦ ਕਥਾ ਵਿੱਚ ਇਹ ਆਇਆ ਕਿ ਭੀਮ ਦੇ ਆਕਾਸ਼ ਵੱਲ ਚਲਾਏ ਹੋਏ ਹਾਥੀ ਅਜੇ ਤੱਕ ਹੇਠਾਂ ਨਹੀਂ ਡਿੱਗੇ, ਅਜੇ ਤੱਕ ਉੱਪਰ ਘੁੰਮ ਰਹੇ ਹਨ, ਤਾਂ ਜਨਮੇਜੇ ਨੇ ਨੱਕ ਚੜਾਇਆ ਤੇ ਕਿਹਾ, ਇਹ ਝੂਠ ਹੈ। ਤਦ ਬਿਆਸ ਰਿਖੀ ਨੇ ਮੰਤਰ ਪੜ੍ਹ ਕੇ ਹਾਥੀ ਹੇਠਾਂ ਉਤਾਰ ਕੇ ਸਭ ਨੂੰ ਵਿਖਾਏ। ਇਹ ਸ਼ੰਕਾ ਕਰਕੇ ਜਨਮੇਜੇ ਦੇ ਨੱਕ ਵਿੱਚ ਕੋਹੜ ਰਹਿ ਗਿਆ, ਜਿਸ ਦੇ ਬਹੁਤ ਦੁੱਖ ਕਰਕੇ ਜਨਮੇਜਾ ਰੋਇਆ ਅਤੇ ਮਰ ਕੇ ਪ੍ਰਲੋਕ ਨੂੰ ਚਲਿਆ ਗਿਆ। ਇਸ ਸੰਸਾਰ ਵਿੱਚ ਕੇਵਲ ਗਿਆਨਵਾਨ ਹੀ ਸੁਖੀ ਹਨ, ਹੋਰ ਸਭ ਲੋਕ ਮਹਾਨ ਦੁੱਖਾਂ ਵਿੱਚ ਗ੍ਰਸਤ ਹਨ। ਰਾਜਾ ਗੋਪੀ ਚੰਦ ਤੇ ਭਰਥਰੀ ਨੇ ਕੰਨ ਪੜਵਾ ਕੇ ਫਕੀਰੀ ਧਾਰਨ ਕੀਤੀ ਅਤੇ ਘਰ ਘਰ ਭਿੱਖਿਆ ਮੰਗ ਕੇ ਰੋਏ। ਕੰਜੂਸ ਪੁਰਸ਼ ਜਿਹੜੇ ਬੜੇ ਕਸ਼ਟਾਂ ਨਾਲ ਧਨ ਇਕੱਠਾ ਕਰਦੇ ਹਨ, ਜੇ ਧਨ ਗਵਾਚ ਜਾਏ ਤਾਂ ਰੋਂਦੇ ਹਨ। ਪੰਡਤ ਜੋ ਗਿਆਨ ਮੂੰਹ ਤੋਂ ਕਥਨ ਕਰਦੇ ਹਨ, ਉਹ ਕਮਾਉਂਦੇ ਨਹੀਂ ਅਤੇ ਅੰਤ ਸਮੇਂ ਜਮਾਂ ਦੇ ਵੱਸ ਪੈ ਕੇ ਰੋਂਦੇ ਹਨ। ਪਤੀ ਮਰਨੇ ਪਰ ਇਸਤਰੀ ਉਸ ਦੇ ਗੁਣਾਂ ਨੂੰ ਯਾਦ ਕਰਕੇ ਰੋਂਦੀ ਹੈ। ਇਸ ਤਰ੍ਹਾਂ ਮਰਦਾਨਾ ਸਾਰਾ ਸੰਸਾਰ ਹੀ ਦੁਖੀ ਹੈ। ਜੋ ਸਤਨਾਮ ਦਾ ਸਿਮਰਨ ਕਰੇਗਾ ਉਹੀ ਇਸ ਸੰਸਾਰ ਤੋਂ ਸੁਖੀ ਜਾਏਗਾ। ਇਹ ਪ੍ਰਸੰਗ ਸੁਣ ਕੇ ਸ਼ਾਹੂਕਾਰ ਗੁਰੂ ਜੀ ਦੀ ਚਰਨੀ ਪੈ ਗਿਆ। ਘਰ ਲਿਜਾ ਕੇ ਗੁਰੂ ਜੀ ਦੀ ਬੜੀ ਸੇਵਾ ਕੀਤੀ ਅਤੇ ਬੇਨਤੀ ਕੀਤੀ ਕਿ ਮੇਰੀ ਇਸਤਰੀ ਨੂੰ ਵੀ ਸਿੱਖਿਆ ਦਿਓ, ਜਿਸ ਕਰਕੇ ਉਹ ਪਰਾਏ ਪੁਰਖਾਂ ਦੀ ਸੰਗਤ ਕਰਨੋਂ ਹਟ ਜਾਵੇ। ਗੁਰੂ ਜੀ ਨੇ ਉਸ ਦੀ ਇਸਤਰੀ ਨੂੰ ਕਿਹਾ ਕਿ ਪਤੀ ਭਾਵੇਂ ਕੋਹੜੀ ਪਿੰਗਲਾ ਜਾਂ ਲਿੱਸਾ ਪਤਲਾ ਹੀ ਹੋਵੇ, ਉਸ ਨੂੰ ਪਰਮਾਤਮਾ ਸਮਾਨ ਸਮਝਣਾ ਅਤੇ ਤਨ ਮਨ ਕਰਕੇ ਸੇਵਾ ਕਰਨੀ ਚਾਹੀਦੀ ਹੈ। ਜੋ ਪਰਾਏ ਪੁਰਖਾਂ ਨਾਲ ਪ੍ਰੇਮ ਕਰਦੀ ਹੈ, ਉਸ ਨੂੰ ਜਮਦੂਤ ਫੜ ਕੇ ਲੋਹੇ ਦੇ ਗਰਮ ਥੰਮਾਂ ਨਾਲ ਲਾ ਕੇ ਦੰਡ ਦਿੰਦੇ ਹਨ। ਉਸ ਵੇਲੇ ਕੋਈ ਉਸ ਦੀ ਚੀਖ ਪੁਕਾਰ ਨਹੀਂ ਸੁਣੇਗਾ। ਪਤੀ ਬ੍ਰਤਾ ਇਸਤਰੀ ਅੱਗੇ ਬਹੁਤ ਸੁੱਖ ਪਾਉਂਦੀ ਹੈ। ਇਤਿਆਦਿਕ ਉਪਦੇਸ਼ ਸੁਣ ਕੇ ਸ਼ਾਹ ਦੀ ਇਸਤਰੀ ਨੇ ਗੁਰੂ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਆਪਣੀ ਪਿਛਲੀ ਭੁੱਲ ਦੀ ਮਾਫੀ ਮੰਗੀ। ਇੱਕ ਕੋਹੜੀ ਫਕੀਰ। ਇੱਥੋਂ ਚੱਲ ਕੇ ਗੁਰੂ ਜੀ ਅੱਗੇ ਇੱਕ ਨਗਰ ਵਿੱਚ ਪਹੁੰਚ ਗਏ, ਪਰ ਉੱਥੇ ਆਪ ਜੀ ਨੂੰ ਕਿਸੇ ਨੇ ਰਾਤ ਕੱਟਣ ਵਾਸਤੇ ਥਾਂ ਨਾ ਦਿੱਤੀ। ਤਦ ਗੁਰੂ ਜੀ ਪਿੰਡ ਦੇ ਬਾਹਰ ਇੱਕ ਕੋਹੜ ਦੇ ਰੋਗੀ ਫਕੀਰ ਦੀ ਝੁੱਗੀ ਪਾਸ ਬੈਠੇ। ਕੋਹੜੀ ਸਾਰੀ ਰਾਤ ਦੁੱਖ ਨਾਲ ਹਾਏ ਹਾਏ ਕਰਦਾ ਰਿਹਾ। ਉਸ ਦੀ ਦੁੱਖ ਭਰੀ ਆਵਾਜ਼ ਸੁਣ ਕੇ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ। ਤਨਾਸਰੀ ਮਹੱਲਾ ਪਹਿਲਾ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਬਹੁਤਾ ਬੋਲਣ ਚਖਣ ਹੋਏ, ਵਿਣ ਬੋਲੇ ਜਾਣੇ ਸਭ ਸੋਏ। ਰਹਾਉ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੀਵਾ ਦਿੱਤੀ ਬੋਲੇ ਤਾਤ। ਜਿਨ ਮਨ ਰਾਖਿਆ ਅਗਨੀ ਪਾਏ, ਵਾਜੇ ਪਵਨ ਆਖੇ ਸਭ ਜਾਏ। ਜੇਤਾ ਮੋਹ ਪ੍ਰੀਤ ਸੁਆਦ, ਸਭਾ ਕਾਲਖ ਦਾਗਾ ਦਾਗ। ਦਾਗ ਦੋਸ ਮੂੰਹ ਚੱਲਿਆ ਲਾਏ, ਦਰਗਹਿ ਬੈਸਣ ਨਾਹੀ ਜਾਏ। ਕਰਮ ਮਿਲੇ ਆਖਣ ਤੇਰਾ ਨਾਉ, ਜਿਤ ਲਗ ਤਰਣਾ ਹੋਰ ਨਹੀਂ ਥਾਉ। ਜੇ ਕੋ ਡੂਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾਤਾਰ। ਇਹ ਸ਼ਬਦ ਜਦ ਕੁਸ਼ਤੀ ਨੇ ਸੁਣਿਆ ਤਾਂ ਉਸ ਦਾ ਸਰੀਰ ਰੋਗ ਹੋ ਗਿਆ ਅਤੇ ਸਭ ਦੁੱਖ ਦੂਰ ਹੋ ਗਏ। ਮਨ ਨਿਰਮਲ ਹੋ ਗਿਆ। ਸਵੇਰੇ ਉੱਠ ਕੇ ਗੁਰੂ ਜੀ ਦੀ ਚਰਨ ਪਾਹੋ ਲੈ ਕੇ ਸਿੱਖ ਬਣ ਗਿਆ। ਜਦ ਇਸ ਗੱਲ ਦੀ ਨਗਰ ਵਿੱਚ ਖਬਰ ਹੋਈ ਤਾਂ ਸਭ ਕੋਈ ਆਪ ਜੀ ਦੇ ਦਰਸ਼ਨ ਕਰਨ ਆਇਆ ਅਤੇ ਆਪਣੀ ਭੁੱਲ ਦੀ ਮਾਫੀ ਮੰਗ ਕੇ ਪਾਹੋ ਲਈ ਅਤੇ ਸਤਨਾਮ ਦਾ ਉਪਦੇਸ਼ ਲੈ ਕੇ ਸਤਸੰਗ ਕਰਨ ਲੱਗੇ। ਗੁਰੂ ਜੀ ਇੱਥੋਂ ਅੱਗੇ ਨੂੰ ਪਧਾਰ ਗਏ।